ਤੋਂ ਕਪੂਰਥਲਾ ਦੇ ਵਿੱਚ ਇੱਕ 2 ਸਾਲ ਦਾ ਬੱਚਾ ਗੰਦੇ ਨਾਲੇ ਦੇ ਵਿੱਚ ਡਿੱਗ ਪਿਆ। ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ, ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਪ੍ਰਸ਼ਾਸਨ ਤੁਰੰਤ ਹਰਕਤ ਦੇ ਵਿੱਚ ਆਇਆ ਔਰ ਬੱਚੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਇੱਕ ਗਰੀਬ ਪਰਿਵਾਰ ਦਾ ਮਜ਼ਦੂਰ ਪਰਿਵਾਰ ਸੀ ਜਿਹੜੇ ਉਸ ਨਾਲੇ ਦੇ ਨਾਲ ਹੀ ਝੁੱਗੀਆਂ ਦੇ ਵਿੱਚ ਰਹਿੰਦੇ ਨੇ। ਉਹਨਾਂ ਦਾ ਬੱਚਾ ਸੀ, ਉਹ ਖੇਡਦਾ ਨਾਲੇ ਦੇ ਕੋਲ ਆਉਂਦਾ ਹੈ। ਉਹ ਨਾਲੇ ਦੇ ਉੱਪਰ ਸੀਮੈਂਟਡ ਦੇ ਜਿਹੜੇ ਪਲੰਥ ਸੀ ਉਹ ਰੱਖੇ ਹੋਏ ਸੀ, ਪਰ ਕਈ ਜਗ੍ਹਾ ਤੇ ਉੱਥੇ ਉਹ ਵਿੱਚੋਂ ਖਾਲੀ ਸੀ, ਆਪਸ 'ਚ ਜੁੜੇ ਹੋਏ ਨਹੀਂ ਸੀ। ਜਿੱਥੇ ਟੋਏ ਸੀ, ਮੋਰੇ ਸੀ, ਉੱਥੋਂ ਬੱਚਾ ਉਸ ਮੋਰੇ ਦੇ ਵਿੱਚੋਂ ਗੰਦੇ ਨਾਲੇ ਦੇ ਵਿੱਚ ਡਿੱਗ ਪਿਆ ਔਰ ਹਜੇ ਤੱਕ ਵੀ ਬੱਚੇ ਦਾ ਕੁਝ ਪਤਾ ਨਹੀਂ ਚੱਲ ਪਾਇਆ। 2 ਸਾਲ ਦਾ ਬੱਚਾ ਹੈ ਔਰ ਉਹ ਇਸ ਗੰਦੇ ਨਾਲੇ 'ਚ ਡਿੱਗ ਪਿਆ। ਬਚਣ ਦੇ ਚਾਂਸ ਬਹੁਤ ਨਾ ਮਾਤਰ ਨੇ, ਬਹੁਤ ਘੱਟ ਨੇ, ਪਰ ਪ੍ਰਸ਼ਾਸਨ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ। ਕਈ ਘੰਟੇ ਹੋ ਚੁੱਕੇ ਨੇ ਪਰ ਹਲੇ ਤੱਕ ਬੱਚੇ ਬਾਰੇ ਕੁਝ ਪਤਾ ਨਹੀਂ ਚੱਲਿਆ। ਇੱਕ ਮਜ਼ਦੂਰ ਫੈਮਿਲੀ ਹੈ ਜਿਹੜੀ ਇਸ ਗੰਦੇ ਨਾਲੇ ਦੇ ਨਜ਼ਦੀਕ ਹੀ ਝੁੱਗੀਆਂ ਬਣੀਆਂ ਨੇ, ਉੱਥੇ ਰਹਿੰਦੀ ਸੀ। ਉਹਨਾਂ ਦਾ ਬੱਚਾ ਖੇਡਦਾ ਆਇਆ ਤੇ ਗੰਦੇ ਨਾਲੇ 'ਚ ਡਿੱਗ ਪਿਆ। ਜਗਜੀਤ ਧੰਜੂ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ। ਜਗਜੀਤ, ਹਾਲੇ ਤੱਕ ਕੁਝ ਪਤਾ ਚੱਲ ਪਾਇਆ? ਵਿਜੇ ਪਾਲ, ਜਿਸ ਤਰ੍ਹਾਂ ਗੱਲ ਕੀਤੀ ਜਾਵੇ 12 ਵਜੇ ਤੋਂ ਬਾਅਦ ਜਿਹੜਾ ਹੁਣ ਦਾ ਸਮਾਂ ਹੋ ਚੁੱਕਾ ਹੈ, ਤਕਰੀਬਨ 6 ਵੱਜ ਚੁੱਕੇ ਨੇ। ਮਤਲਬ ਕਿ 6 ਤੋਂ ਜ਼ਿਆਦਾ ਘੰਟੇ ਜਿਹੜੇ ਉਹਨੂੰ ਹੋ ਚੁੱਕੇ ਨੇ, ਲੇਕਿਨ ਅਜੇ ਤੱਕ ਕੋਈ ਵੀ ਜਿਹੜੀ ਕਾਮਯਾਬੀ ਨਜ਼ਰ ਨਹੀਂ ਆ ਰਹੀ ਕਿ ਕਿਸੇ ਤਰ੍ਹਾਂ ਵੀ, ਕਿਉਂਕਿ ਲਗਾਤਾਰ 2 JCB ਜਿਹੜੀਆਂ ਉਹ ਖੁਦਾਈ ਕਰ ਰਹੀਆਂ ਨੇ, ਲੇਕਿਨ ਅਜੇ ਤੱਕ ਕੋਈ ਵੀ ਬੱਚੇ ਦਾ ਜਿਹੜਾ ਪਤਾ ਨਹੀਂ ਚੱਲ ਸਕਿਆ ਕਿ ਉਹ ਨੀਚੇ ਕਿਸ ਤਰ੍ਹਾਂ ਹੈ ਜਾਂ ਕਿਹੜੀ ਜਗ੍ਹਾ ਤੇ ਹੈ। ਲੇਕਿਨ ਲਗਾਤਾਰ ਜਿਹੜਾ ਪ੍ਰਸ਼ਾਸਨ ਆ ਉਹਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਖੁਦਾਈ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਉਹ ਬੱਚੇ ਦਾ ਪਤਾ ਲਗਾਇਆ ਜਾ ਸਕੇ। ਦੂਸਰੇ ਪਾਸੇ ਹੁਣ ਬਠਿੰਡਾ ਤੋਂ ਜਿਹੜੀ NDRF ਨੂੰ ਵੀ ਸੱਦਿਆ ਗਿਆ ਹੈ। ਹਾਲਾਂਕਿ ਉਹ ਰਸਤੇ ਵਿੱਚ ਦੱਸੇ ਜਾ ਰਹੇ ਨੇ ਪਹੁੰਚੇ ਨਹੀਂ, ਲੇਕਿਨ ਦੂਜੇ ਪਾਸੇ ਜਿਵੇਂ ਹੁਣ ਲਾਈਟ ਮੱਧਮ ਹੋ ਰਹੀ ਹੈ ਤਾਂ ਇੱਥੇ ਲਾਈਟਾਂ ਦਾ ਜਿਹੜਾ ਪ੍ਰਬੰਧ ਉਹ ਵੀ ਕੀਤਾ ਗਿਆ ਹੈ ਕਿ ਜਿਹੜਾ ਰਾਤ ਨੂੰ ਵੀ ਜਿਹੜਾ ਰੈਸਕਿਊ ਜਿਹੜਾ ਉਹ ਜਾਰੀ ਰਹੇ। ਲੇਕਿਨ ਦੂਜੇ ਪਾਸੇ ਹੁਣ ਜਿਹੜਾ ਲਗਾਤਾਰ ਜਿਹੜੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਉਹ ਵੀ ਪਹੁੰਚ ਰਹੇ ਨੇ ਤੇ ਲੋਕ ਜਿਹੜੇ ਆ ਲੋਕ ਵੀ ਲਗਾਤਾਰ ਇੱਥੇ ਬਣੇ ਹੋਏ ਨੇ। ਪ੍ਰਸ਼ਾਸਨ ਤੋਂ ਲਗਾਤਾਰ ਜਿਹੜੀ ਖੁਦਾਈ ਕੀਤੀ ਜਾ ਰਹੀ ਹੈ। 2 JCB ਨੇ, ਉਸ ਤੋਂ ਇਲਾਵਾ ਫਾਇਰ ਬ੍ਰਿਗੇਡ ਹੈ, ਉਸ ਤੋਂ ਇਲਾਵਾ 2 ਐਂਬੂਲੈਂਸ ਦਾ ਪ੍ਰਬੰਧ ਵੀ ਇੱਥੇ ਮੌਕੇ ਤੇ ਰੱਖਿਆ ਗਿਆ ਹੈ। ਮੌਕੇ ਤੇ ਹੁਣ ਜਿਹੜੇ ਇੱਥੋਂ ਦੇ ਡਿਪਟੀ ਕਮਿਸ਼ਨਰ ਉਹ ਵੀ ਪਹੁੰਚੇ ਨੇ ਮੌਕੇ ਦਾ ਜਾਇਜ਼ਾ ਲੈਣ ਵਾਸਤੇ। ਜੀ ਅੱਛਾ ਜਗਜੀਤ, ਜਦੋਂ ਬੱਚਾ ਗਿਰਿਆ ਸੀ ਇੱਥੇ ਇਹਦੇ ਵਿੱਚ, ਉਦੋਂ ਕਿਸੇ ਨੇ ਦੇਖਿਆ ਸੀ ਉਸ ਨੂੰ ਡਿੱਗਦੇ ਨੂੰ? ਕਿਹੜੀ ਥਾਂ ਤੇ ਡਿੱਗਿਆ ਸੀ ਇਹ ਪਤਾ ਸੀ? ਵਿਜੇ ਪਾਲ, ਤਕਰੀਬਨ 12 ਵਜੇ ਦੀ ਗੱਲ ਦੱਸੀ ਜਾ ਰਹੀ ਹੈ, ਕਿਉਂਕਿ ਜਿਹੜੀ ਸਿਚੁਏਸ਼ਨ ਜੋ ਅਸੀਂ ਮੌਕੇ ਤੇ ਦੇਖਿਆ ਹੈ ਕਿ ਇੱਥੇ ਉਹਨਾਂ ਦੀ ਝੌਂਪੜੀਆਂ ਨੇ, ਉਸ ਦੇ ਗਾੜੀ ਗੰਦਾ ਨਾਲਾ ਹੈ। ਗੰਦੇ ਨਾਲੇ ਦੇ ਨਾਲ ਹੀ ਅਗਲੀ ਸਾਈਡ ਤੇ ਜਿਹੜਾ ਗਟਰ ਟਾਈਪ ਹੋ ਜਾਂਦਾ ਹੈ, ਮਤਲਬ ਕਿ ਉਹਨੂੰ ਛੱਕਿਆ ਪਿਆ ਹੈ। ਇੱਕ ਇਹ ਵੀ ਦੱਸਿਆ ਜਾ ਰਿਹਾ ਕਿ 3 ਸਾਲ ਦੀ ਇੱਕ ਬੱਚੀ ਵੱਲੋਂ ਦੇਖਿਆ ਗਿਆ ਕਿ ਬੱਚਾ ਡਿੱਗਿਆ ਹੈ, ਲੇਕਿਨ ਉਸ ਤੋਂ ਇਲਾਵਾ ਵੱਡੇ ਕਿਸੇ ਵਿਅਕਤੀ ਨੇ ਦੇਖਿਆ ਜਾਂ ਨਹੀਂ ਦੇਖਿਆ ਨਹੀਂ ਪਤਾ। ਲੇਕਿਨ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਉਹਦੀ ਮਾਂ ਨੂੰ ਪਤਾ ਲੱਗਦਾ, ਉਹਦੀ ਨਾਨੀ ਨੂੰ ਪਤਾ ਲੱਗਦਾ ਹੈ, ਤਾਂ ਉਹਨਾਂ ਵੱਲੋਂ ਵੀ ਜਿਹੜੀ ਛਲਾਂਗ ਲਗਾਈ ਗਈ ਇਸੇ ਜੋ ਗੰਦਾ ਨਾਲਾ ਹੈ ਕਿ ਸ਼ਾਇਦ ਤੇ ਬੱਚੇ ਨੂੰ ਦੇਖਦੇ ਹੋਏ, ਲੇਕਿਨ ਉਹਨਾਂ ਨੂੰ ਮਿਲਿਆ। ਲੇਕਿਨ ਉਹਦੇ ਵਿੱਚ ਜਿਹੜੀ ਗੈਸ ਦੀ ਪ੍ਰੋਬਲਮ ਹੁੰਦਾ ਹੈ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਉਹਦੀ ਮਾਤਾ ਸੀ ਉਹ ਵੀ ਉਸ ਸਮੇਂ ਦੀ ਜਿਹੜੀ ਬੇਹੋਸ਼ ਹੋਈ ਸੀਗੀ। ਅੱਛਾ, ਠੀਕ ਹੈ, ਧੰਨਵਾਦ ਜਗਜੀਤ ਇਸ ਜਾਣਕਾਰੀ ਦੇ ਲਈ। ਫਿਲਹਾਲ ਤਾਂ ਹਲੇ ਪ੍ਰਸ਼ਾਸਨ ਦੀਆਂ ਟੀਮਾਂ ਜਿਹੜੀਆਂ ਨੇ ਉਹ ਜੁਟੀਆਂ ਹੋਈਆਂ ਨੇ, NDRF ਦੀਆਂ ਟੀਮਾਂ ਨੂੰ ਬੁਲਾਇਆ ਗਿਆ। ਹਨੇਰਾ ਹੋਣ ਵਾਲਾ ਹੈ, ਹਲੇ ਤੱਕ ਤਲਾਸ਼ ਕੀਤੀ ਜਾ ਰਹੀ ਹੈ ਪਰ ਬੱਚੇ ਬਾਰੇ ਕੁਝ ਪਤਾ ਨਹੀਂ ਚੱਲਿਆ ਹੈ। ਜਿਵੇਂ ਜਗਜੀਤ ਦੱਸ ਰਹੇ ਸੀ ਕਿ ਇੱਕ ਮਾਸੂਮ ਬੱਚਾ ਛੋਟਾ ਖੇਡਦਾ ਨਾਲੇ 'ਚ ਡਿੱਗ ਪਿਆ। ਇੱਕ ਛੋਟੀ ਬੱਚੀ ਨੇ ਦੇਖਿਆ, ਉਸਨੇ ਜਾਣਕਾਰੀ ਦਿੱਤੀ, ਉਸਦਾ ਪਰਿਵਾਰ ਵੀ ਭੱਜ ਕੇ ਆਇਆ ਪਰ ਉਹਨਾਂ ਨੂੰ ਨਹੀਂ ਪਤਾ ਲੱਗਿਆ। ਉਸ ਤੋਂ ਬਾਅਦ ਲਗਾਤਾਰ ਉਸ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਤੇ ਗੱਲ ਕਰਦੇ ਆ ਸਿਹਤ ਮਹਿਕਮੇ ਦੀ। ਸਿਹਤ ਮਹਿਕਮਾ ਇੱਕ ਵਾਰੀ ਫਿਰ ਚਰਚਾ ਦੇ ਵਿੱਚ ਹੈ ਕਿਉਂਕਿ ਸਿਹਤ ਮੰਤਰੀ ਦੇ ਦਫ਼ਤਰ ਦੇ ਬਾਹਰ ਇੱਕ ਨੋਟਿਸ ਚਿਪਕਿਆ ਹੈ। ਉਸ ਨੋਟਿਸ ਕਰਕੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ, ਜਿਨ੍ਹਾਂ ਦਾ ਸੈਕਟਰੀਏਟ ਦੇ ਵਿੱਚ ਦਫ਼ਤਰ ਹੈ, ਉਸ ਦਫ਼ਤਰ ਦੇ ਬਾਹਰ ਇੱਕ ਨੋਟਿਸ ਲਗਾਇਆ ਗਿਆ ਹੈ ਬਦਲੀਆਂ ਬੰਦ ਦਾ, ਕਿ ਮਹਿਕਮੇ ਦੇ ਵਿੱਚ ਬਦਲੀਆਂ ਬੰਦ ਨੇ। ਇਹ ਨੋਟਿਸ ਤੇ ਲਿਖਿਆ ਗਿਆ ਹੈ ਔਰ ਇੱਕ ਲਾਈਨ ਨੋਟਿਸ ਦੇ ਥੱਲੇ ਇਹ ਵੀ ਲਿਖੀ ਗਈ ਹੈ ਕਿ ਨੋ ਗਿਫਟਸ ਪਲੀਜ਼, ਯਾਨੀ ਕੋਈ ਵੀ ਤੋਹਫੇ ਨਾ ਦਿੱਤੇ ਜਾਣ, ਕੋਈ ਵੀ ਤੋਹਫਾ ਮਨਜ਼ੂਰ ਨਹੀਂ ਹੈ। ਇਹ ਗੱਲ ਲਿਖੀ ਗਈ ਹੈ ਸਿਹਤ ਮੰਤਰੀ ਦੇ ਦਫ਼ਤਰ ਦੇ ਬਾਹਰ ਲਿਖੇ ਨੋਟਿਸ ਤੇ। ਇਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਚਿੱਟੇ ਕਾਗਜ਼ ਤੇ ਟਾਈਪ ਕਰਕੇ ਲਿਖਿਆ ਗਿਆ ਬਦਲੀਆਂ ਬੰਦ ਹਨ, ਬਦਲੀਆਂ ਬੰਦ ਹਨ। ਇਹ ਤੇ ਜਿਹੜਾ ਬੋਰਡ ਹੈ, ਇਹ ਅਕਸਰ ਜਿਹੜਾ ਨੋਟਿਸ ਹੈ ਇਹ ਬਹੁਤ ਸਾਰੇ ਵਿਭਾਗਾਂ ਦੇ ਮੰਤਰੀਆਂ ਦੇ ਦਫ਼ਤਰਾਂ ਦੇ ਬਾਹਰ ਲਿਖਿਆ ਹੁੰਦਾ, ਕਿਉਂਕਿ ਜਦੋਂ ਬਦਲੀਆਂ ਦਾ ਸਮਾਂ ਲੰਘ ਜਾਂਦਾ ਹੈ ਤਾਂ ਲੋਕ ਫਿਰ ਵੀ ਆਪਣੀਆਂ ਬਦਲੀਆਂ ਦੇ ਲਈ ਆਉਂਦੇ ਰਹਿੰਦੇ ਹੈ, ਤਾਂ ਇਸ ਕਰਕੇ ਬਾਹਰ ਨੋਟਿਸ ਲਾ ਦਿੱਤੇ ਜਾਂਦੇ ਹੈ ਕਿ ਬਦਲੀਆਂ ਜਿਹੜੀਆਂ ਨੇ ਉਹ ਬੰਦ ਨੇ। ਇਸ ਕਰਕੇ ਉਹ ਬੰਦਾ ਆਵੇ ਹੀ ਨਾ ਜਾਂ ਵੇਖ ਕੇ ਚਲਾ ਜਾਵੇ, ਉਸ ਨੂੰ ਪਤਾ ਲੱਗ ਜੇ ਕਿ ਬਦਲੀ ਵਾਲਾ ਕੋਈ ਨਹੀਂ ਆਉਣਾ ਚਾਹੀਦਾ, ਬਦਲੀਆਂ ਦਾ ਟਾਈਮ ਨਿਕਲ ਗਿਆ। ਪਰ ਜਿਹੜਾ
दूसरा नोटिस है उस बदलियां बंद के थले जिहड़ा लिखिया नो गिफ्ट नॉट अलाउड, ये लिखा गया गिफ्ट नॉट अलाउड, यानी लोग कोई भी गिफ्ट लैके आते हैं तो उस गिफ्ट को स्वीकार नहीं किया जाएगा। ये उत्थे गल लिखी गई है कि लोग कई बारी बदली करवाउण दे चक्कर च पहला गिफ्ट लैके आ जाते हैं तो उन्होंने कहा कि गिफ्ट मंजूर नहीं हैं तो बदलियां बंद हैं। ये नोटिस लग्या है। इस तो पहला खजाना मंत्री मनप्रीत सिंह बादल जो होंदे सी उन्होंने भी अपने दफ्तर के बाहर ऐसा ही नोटिस लाया सी और उन्होंने दफ्तर के नोटिस के बाहर दफ्तर के बाहर नोटिस से लिखा गया सी कि चाह नहीं मिलेगी। तो हुण सेहत मंत्री ने नोटिस ला के लिखा है कि बदलियां बंद हैं तो गिफ्ट स्वीकार नहीं है। पंजाब का सेहत मंत्राला चर्चा का विषय रहा और पिछले दिनों के अंदर चाहे वह विजय सिंगला की गल हो चाहे चेतन सिंह जोड़ा माजरा की गल हो, कोई ना कोई विवाद या कोई चर्चा इन नामां दे नाल सेहत मंत्रालय दे नाल जुड़दी नज़र आई है। और अज पंजाब सैकटरीएट असीं मौजूद हाँ, इत्थे 6वें फ्लोर ते जिथे चेतन सिंह जोड़ा माजरा उन्हां दा दफ्तर है, उत्थे बकायदा लिख के लगा दिता गया है चेतन सिंह जोड़ा माजरा उन्हां वल्लों जो कि सेहत मंत्री ने पंजाब दे कि बदलियां बंद हैं। इस दे मायने ये ने कि जो ਜਿਹੜੀ भी कोई सिफारिश सीगी या कोई सिफारिश लेके आउंदा सी तां उस ते हुण पाबंदी लगा दी गई है। कोई इस भुलेखे ना मंत्री साहब दे इस कमरे दे अंदर दाखल होवे कि बदलियां जड़ियां है वो करवाइयां जाणगियां या इस तरीके की सिफारिश जड़ी है वो की जाएगी। और नाल ही नीचे एक बकायदा दोनों प्रिंट लगाए गए हैं। निचला प्रिंट जिससे इंग्लिश के अंदर लिखा गया है कि गिफ्ट नॉट अलाउड, यानी कि कोई जेकर गिफ्ट लेके आउंदा सी या कोई अपनी अपनी काम मुताबक अपने अपने इच्छा मुताबक कोई गिफ्ट मंत्री साहब नूं दिंदा सीगा तां उस ते भी पाबंदी हैगी है और उसकी भी मनाही जिहड़ी है वो कर दी गई है। और बकायदा जिथे चेतन सिंह जोड़ा माजरा दा नाम दी प्लेट है सेहत ते परिवार भलाई डॉक्टरी सिक्ख्या अते खोज अते चोण मंत्री चोणां दे मंत्री जिहड़े ने चेतन सिंह जोड़ा माजरा उन्हां दे नाम दे थल्ले 6वें फ्लोर ते जिहड़ा दफ्तर है उत्थे बकायदा ये नोटिस लगाया गया प्रिंट करके। कैमरामैन रजिंदर दे नाल अमन भारद्वाज न्यूज़ 18 चंडीगढ़। ਤੇ ਅਗਲੀ ਵੱਡੀ ਖਬਰ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਜੁੜੀ ਹੋਈ ਹੈ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਪੰਜਾਬ ਦੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਔਰ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ। ਉਹਨਾਂ ਨੇ ਉਸ ਚਿੱਠੀ ਦੇ ਵਿੱਚ ਲਿਖਿਆ ਹੈ ਕਿ 15 ਅਗਸਤ ਤੇ ਅਪੀਲ ਕੀਤੀ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇਹ ਚਿੱਠੀ ਲਿਖ ਕੇ ਕਿ 15 ਅਗਸਤ ਤੇ ਜਿਹੜੇ ਸਿੱਖ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ ਉਹਨਾਂ ਦੀ ਰਿਹਾਈ ਕੀਤੀ ਜਾਵੇ। ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਦੇ ਸਾਹਮਣੇ ਰੱਖੀ ਗਈ ਹੈ, ਮੰਗ ਰੱਖੀ ਗਈ ਹੈ। ਕੈਪਟਨ ਨੇ ਸੁਪਰੀਮ ਕੋਰਟ ਦੇ ਸੁਝਾਵਾਂ ਦਾ ਵੀ ਹਵਾਲਾ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਜਿਹੜੇ ਸਿੱਖ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹ ਕੱਟੜ ਅਪਰਾਧੀ ਨਹੀਂ ਹਨ, ਸਗੋਂ ਉਹ ਕਾਲੇ ਦੌਰ ਦੌਰਾਨ ਜਜ਼ਬਾਤ ਨਾਲ ਭਰੇ ਹੋਏ ਸੀ ਜਿਨ੍ਹਾਂ ਨੂੰ ਪੰਜਾਬ ਹੁਣ ਬਹੁਤ ਪਿੱਛੇ ਛੱਡ ਚੁੱਕਿਆ ਹੈ। ਉਹਨਾਂ ਨੇ ਲਗਭਗ ਆਪਣੀ ਜ਼ਿੰਦਗੀ ਨਾਲ ਭੁਗਤਾਨ ਕਰ ਦਿੱਤਾ ਹੈ ਤੇ ਹੁਣ ਉਹਨਾਂ ਨੂੰ ਰਾਹਤ ਦੇਣ ਦਾ ਸਮਾਂ ਹੈ ਜੋ ਕਿ ਉਹ ਕਾਨੂੰਨੀ ਤੌਰ ਤੇ ਵੀ ਹੱਕਦਾਰ ਨੇ। ਉਹਨਾਂ ਨੇ ਇਹ ਵੀ ਟਿੱਪਣੀ ਕੀਤੀ ਹੈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ। ਉਹਨਾਂ ਨੇ ਕਿਹਾ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਹਾਲ ਹੀ ਦੇ ਵਿੱਚ ਮਰਹੂਮ ਰਾਜੀਵ ਗਾਂਧੀ ਦੇ ਕਾਤਲ ਨੂੰ 31 ਸਾਲ ਦੀ ਕੈਦ ਤੋਂ ਬਾਅਦ ਰਿਹਾ ਕੀਤਾ ਸੀ। ਉਹਨਾਂ ਸਵਾਲ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਦੇ ਕਾਤਲ ਨੂੰ ਰਿਹਾ ਕੀਤਾ ਜਾ ਸਕਦਾ ਹੈ ਤਾਂ ਫਿਰ ਜਿਹੜੇ ਸਿੱਖ ਕੈਦੀ ਜੇਲ੍ਹਾਂ ਦੇ ਵਿੱਚ ਬੰਦ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਸਕਦਾ। ਪ੍ਰਿਤਪਾਲ ਸਿੰਘ ਬਲੀਏਵਾਲ ਜੁੜੇ ਨੇ ਸਾਡੇ ਨਾਲ ਹੋਰ ਗੱਲਬਾਤ ਕਰਨ ਦੇ ਲਈ। ਬਲੀਏਵਾਲ ਜੀ, ਕਿਸ ਤਰੀਕੇ ਨਾਲ ਇਸ ਮੰਗ ਨੂੰ ਦੇਖਿਆ ਜਾਵੇ ਕਿਉਂਕਿ ਬਹੁਤ ਦੇਰ ਦੀ ਇਹ ਮੰਗ ਚੱਲ ਰਹੀ ਹੈ, ਵੱਖ-ਵੱਖ ਪਾਰਟੀਆਂ ਸਿਆਸੀ ਪਾਰਟੀਆਂ ਇਹ ਮੰਗ ਕਰ ਰਹੀਆਂ ਨੇ, ਅਕਾਲੀ ਦਲ ਇਸ ਨੂੰ ਲੈ ਕੇ ਪ੍ਰਦਰਸ਼ਨ ਕਰਦਾ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ। ਕੀ ਇਸ 75ਵੀਂ ਵਰ੍ਹੇਗੰਢ ਤੇ ਸੰਭਵ ਹੈ, ਇਹ ਉਮੀਦ ਹੈ ਕਿਉਂਕਿ ਕੈਪਟਨ ਸਾਹਿਬ ਨੂੰ ਜੇ ਉਹਨਾਂ ਵੱਲੋਂ ਚਿੱਠੀ ਲਿਖੀ ਗਈ ਹੈ ਤਾਂ ਕਿਸੇ ਉਮੀਦ ਨਾਲ ਹੀ ਲਿਖੀ ਗਈ ਹੋਣੀ ਹੈ। देखो विजयपाल जी, नो डाउट जिवें तुसीं गल कही है आस ते उम्मीद है जी। आस ते उम्मीद नूं मुੱਖ रखदਿਆਂ ਹੋਇਆਂ ਇਹ ਚਿੱਠੀ ਅੱਜ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੀ ਗਈ ਹੈ, ਡਿਟੇਲ ਦਿੱਤੀ ਗਈ ਹੈ ਕਿਉਂਕਿ ਜਦੋਂ ਪ੍ਰਧਾਨ ਮੰਤਰੀ ਜੀ ਆਏ ਸੀਗੇ, ਜਦੋਂ 550ਵਾਂ ਸਾਲ ਸੀਗਾ ਗੁਰੂ ਨਾਨਕ ਦੇਵ ਜੀ ਦਾ, ਉਦੋਂ ਵੀ ਇਸ ਚੀਜ਼ ਦੀ ਗੱਲ ਹੋਈ ਸੀ ਤੇ ਕੈਪਟਨ ਸਾਹਿਬ ਉਦੋਂ ਮੁੱਖ ਮੰਤਰੀ ਸੀਗੇ ਤੇ ਅੱਜ ਅਸੀਂ ਉਸੇ ਚੀਜ਼ ਕਰਕੇ ਦੁਬਾਰਾ ਇੱਕ ਰਿਮਾਈਂਡਰ ਦਿੱਤਾ ਕਿਉਂਕਿ ਸੁਪਰੀਮ ਕੋਰਟ ਵੀ ਹੁਣ ਕਹਿ ਚੁੱਕੀ ਹੈ ਕਿ 75ਵੇਂ ਵਰ੍ਹੇਗੰਢ 'ਚ ਜਿਹੜੇ ਕੈਦੀ ਪੂਰੀਆਂ ਸਜ਼ਾਵਾਂ ਕਰ ਚੁੱਕੇ ਉਹਨਾਂ ਨੂੰ ਰਿਲੀਜ਼ ਕਰ ਦੇਣਾ ਚਾਹੀਦਾ ਤੇ ਇਦੋਂ ਵਧੀਆ ਤੋਹਫਾ ਉਹਨਾਂ ਲਈ
75 ਵੀ ਬੜੇ ਗਏ ਤੇ ਹੋਰ ਕੋਈ ਨਹੀਂ ਹੋ ਸਕਦਾ, ਤੇ ਜਿਸ ਦੇ ਉੱਪਰ ਸੈਂਟਰ ਸਰਕਾਰ ਵਿਚਾਰ ਕਰ ਰਹੀ ਹੈ। ਤੇ ਸਾਡੀ ਵੀ ਕੋਸ਼ਿਸ਼ ਹੈ, ਕਿਉਂਕਿ ਸਾਡੇ ਉਹ ਭਾਈਵਾਲ ਨੇ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਵੀ ਹੋਈ ਹੈ ਇਸ ਚੀਜ਼ ਨੂੰ ਲੈ ਕੇ, ਅਸੀਂ ਲਿਸਟਾਂ ਵੀ ਭੇਜੀਆਂ ਕਿ ਜਿਹੜੇ ਸਾਡੇ ਬੰਦੇ ਹੈਗੇ ਨੇ ਇਹਨਾਂ ਨੂੰ ਐਡਜਸਟ ਕੀਤਾ ਜਾ ਸਕਦਾ, ਇਹਨਾਂ ਨੂੰ ਛੱਡਿਆ ਜਾ ਸਕਦਾ, ਤਾਂ ਉਹਨਾਂ ਨੂੰ ਹੁਣ ਛੱਡ ਦੇਣਾ ਚਾਹੀਦਾ। ਕਿਉਂਕਿ ਅਸੀਂ ਇਸੇ ਕਰਕੇ ਐਗਜ਼ਾਮਪਲ ਵੀ ਰਾਜੀਵ ਗਾਂਧੀ ਉਹਨਾਂ ਦੇ ਕਾਤਲਾਂ ਦੀ ਦਿੱਤੀ ਸੀ, ਜਿਨ੍ਹਾਂ ਨੂੰ 31 ਸਾਲਾਂ ਬਾਅਦ ਰਿਲੀਜ਼ ਕਰ ਦਿੱਤਾ ਗਿਆ, ਤੇ ਹੁਣ ਰਿਹਾ ਕਰ ਦਿੱਤਾ ਗਿਆ ਸੀ, ਉਹਨਾਂ ਦੀ ਸਜ਼ਾ ਮਾਫੀ ਹੋ ਗਈ ਸੀ। ਹੁਣ ਜਿਹੜੇ ਸਾਡੇ ਸਿੱਖ ਕੈਦੀ ਨੇ ਜਿਹੜੇ ਉਸ ਵੇਲੇ ਬਹਿ ਗਏ ਸੀ ਕਾਲੇ ਦੌਰ ਦੇ ਦੌਰਾਨ, ਉਹਨਾਂ ਨੂੰ ਕੋਈ ਜਜ਼ਬਾਤਾਂ ਚ ਆ ਕੇ ਇਹ ਜਿਹੇ ਕਦਮ ਚੱਕ ਲਏ ਸੀ, ਤਾਂ ਉਹਨਾਂ ਨੂੰ ਹੁਣ ਰਿਲੀਜ਼ ਕਰਤਾ ਜਾਵੇ, ਤਾਂ ਰਿਹਾਈ 75ਵੀਂ ਵਰ੍ਹੇਗੰਢ ਦੇ ਉੱਪਰ ਹੋ ਜੇ, ਤਾਂ ਇਹ ਤੋਂ ਵਧੀਆ ਮੈਂ ਕਹਿੰਦਾ ਕਿ ਇੱਕ ਤੋਹਫਾ ਉਹਨਾਂ ਲੋਕਾਂ ਦੇ ਕਿ ਹੁਣ ਉਹ ਆ ਕੇ ਆਪ ਜਿਹੜੀ ਰੂਟੀਨ ਦੀ ਜ਼ਿੰਦਗੀ ਹੈਗੀ ਆ ਉਹਨੂੰ ਬਤੀਤ ਕਰਨਗੇ, ਤਾਂ ਇਹ ਤੋਂ ਵਧੀਆ ਤੋਹਫਾ ਮੇਰੇ ਹਿਸਾਬ ਨਾਲ ਵਿਜੇਪਾਲ ਜੀ ਕੋਈ ਹੋਰ ਨਹੀਂ ਸਕਦਾ। ਇਹ ਸਾਰੇ ਸਿੱਖਾਂ ਦੀ ਵੀ ਅਰਦਾਸ ਹੈ, SGPC ਵੀ ਕਹਿ ਰਹੀ ਹੈ, ਆਪਣਾ ਕਿਆ ਕਹਿੰਦੇ ਆ ਜਥੇਦਾਰ ਸਾਹਿਬ ਵੀ ਕਹਿ ਰਹੇ, ਤੇ ਬਾਕੀ ਪਾਰਟੀ ਵੀ ਕਹਿ ਰਹੀ ਹੈ। ਮੈਂ ਤਾਂ ਅਪੀਲ ਕਰੂੰਗਾ ਕੀ ਕਹਿੰਦੇ ਆ ਮਾਨ ਸਾਹਿਬ ਨੂੰ ਵੀ ਕਿ ਉਹ ਵੀ ਇਹਦੀ ਚਿੱਠੀ ਲਿਖ ਦੇਣ, ਕਿਉਂਕਿ ਕੁਝ ਅੜਿੱਕੇ ਉਹਨਾਂ ਦੀ ਸਰਕਾਰ ਵੱਲੋਂ ਵੀ ਪਾਏ ਗਏ ਸੀਗੇ ਜਿਹੜੀ ਦਿੱਲੀ ਦੇ ਵਿੱਚ ਹੈਗੀ ਹੈ, ਤੇ ਉਹ ਵੀ ਆਪਦੇ ਉਹਨਾਂ ਨੂੰ ਕਹਿ ਦੇਣ ਤੇ ਜੋ ਰਿਹਾਈ ਸੰਭਵ ਹੋ ਸਕੇ, ਤੇ ਅਸੀਂ ਤਾਂ ਆਸ ਤੇ ਉਮੀਦ ਹੋ ਜੂਗੀ। ਠੀਕ ਹੈ ਪ੍ਰਿਤਪਾਲ ਜੀ, ਧੰਨਵਾਦ ਸਾਡੇ ਨਾਲ ਜੁੜਨ ਲਈ, ਇਹ ਆਪਣੇ ਵਿਚਾਰ ਰੱਖਣ ਦੇ ਲਈ। ਤਾਂ ਕੈਪਟਨ ਅਮਰਿੰਦਰ ਸਿੰਘ ਦੀ ਚਿੱਠੀ ਦਾ ਜ਼ਿਕਰ ਕਰ ਰਹੇ ਸੀ ਪ੍ਰਿਤਪਾਲ ਸਿੰਘ ਬਲੀਏਵਾਲ, ਜਿਹੜੇ ਸਪੋਕਸਪਰਸਨ ਨੇ ਉਹਨਾਂ ਦੀ ਪਾਰਟੀ ਦੇ, ਔਰ ਉਹਨਾਂ ਵੱਲੋਂ ਸਪਸ਼ਟ ਇਹ ਗੱਲ ਕਹੀ ਗਈ ਹੈ ਕਿ ਆਸ ਉਮੀਦ ਹੈ ਔਰ ਚਰਚਾ ਵੀ ਚੱਲ ਰਹੀ ਹੈ, ਕੇਂਦਰ ਵਿਚਾਰ ਵੀ ਕਰ ਰਿਹਾ ਇਸ ਗੱਲ ਤੇ, ਔਰ ਹੋ ਸਕਦਾ ਹੈ ਇਸ 75ਵੇਂ ਆਜ਼ਾਦੀ ਦਿਹਾੜੇ ਤੇ ਇਹ ਮੰਗ ਮੰਨ ਵੀ ਲਈ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਲਿਖੀ ਹੈ, ਬਾਕੀ ਪਾਰਟੀਆਂ SGPC ਮੰਗ ਕਰ ਰਹੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੰਗ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ, ਔਰ ਹੁਣ ਮਾਨ ਸਰਕਾਰ ਨੂੰ ਵੀ ਕਿਹਾ ਜਾ ਰਿਹਾ ਕਿ ਉਹ ਵੀ ਇਸ ਤੇ ਇੱਕ ਚਿੱਠੀ ਲਿਖਣ ਤਾਂ ਕਿ ਸਾਰਿਆਂ ਦੀ ਇੱਕ ਸਾਂਝੀ ਮੰਗ ਦੇ ਤੌਰ ਤੇ ਇਸ ਨੂੰ ਮੰਨਿਆ ਜਾ ਸਕੇ। ਤੇ ਅਗਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ, ਬ੍ਰੇਕਿੰਗ ਨੰਬਰ 2, ਅਕਾਲੀ ਦਲ ਦੇ ਘਮਾਸਾਨ ਦਾ ਜ਼ਿਕਰ ਕਰਦੇ ਹਾਂ। ਅਕਾਲੀ ਦਲ ਦੇ ਵਿੱਚ ਘਮਾਸਾਨ ਘਟਣ ਦੀ ਬਜਾਏ ਵੱਧ ਰਿਹਾ ਹੈ। ਅਨੁਸ਼ਾਸਨੀ ਕਮੇਟੀ ਦੀ ਹੁਣ ਟਾਈਮਿੰਗ ਤੇ ਅਕਾਲੀ ਆਗੂਆਂ ਨੇ ਸਵਾਲ ਚੱਕੇ ਨੇ। ਅੰਮ੍ਰਿਤਸਰ 'ਚ ਜਿਨ੍ਹਾਂ ਆਗੂਆਂ ਨੇ ਮੀਟਿੰਗ ਕੀਤੀ ਸੀ, ਉਹਨਾਂ ਆਗੂਆਂ ਨੇ ਅਨੁਸ਼ਾਸਨੀ ਕਮੇਟੀ ਦੇ ਗਠਨ ਤੇ ਸਵਾਲ ਚੱਕੇ ਨੇ, ਉਸ ਦੀ ਟਾਈਮਿੰਗ ਤੇ ਸਵਾਲ ਚੱਕੇ ਨੇ, ਔਰ ਗੁਰਪ੍ਰਤਾਪ ਵਡਾਲਾ ਜਿਹੜੇ ਉਸ ਮੀਟਿੰਗ ਦਾ ਹਿੱਸਾ ਸੀ, ਉਹਨਾਂ ਨੇ ਕਿਹਾ ਹੈ ਕਿ ਜੇ ਬਾਕੀ ਸਾਰਾ ਢਾਂਚਾ ਭੰਗ ਕਰ ਦਿੱਤਾ ਗਿਆ ਤਾਂ ਫਿਰ ਇਸ ਕਮੇਟੀ ਬਣਾਉਣ ਦੇ ਕੀ ਤੁਕ ਨੇ। ਇਹ ਸਵਾਲ ਪੁੱਛਿਆ ਹੈ ਸੀਨੀਅਰ ਲੀਡਰਸ਼ਿਪ ਤੋਂ ਗੁਰਪ੍ਰਤਾਪ ਵਡਾਲਾ ਨੇ। ਉਹਨਾਂ ਨੇ ਕਿਹਾ ਹੈ ਕਿ ਅਨੁਸ਼ਾਸਨੀ ਕਮੇਟੀ ਦਾ ਗਠਨ ਇੱਕ ਪੈਨਿਕ ਰਿਐਕਸ਼ਨ ਹੈ। ਜਿਹੜੀਆਂ ਮੀਟਿੰਗ ਕੀਤੀ ਗਈ ਹੈ ਉਸ ਮੀਟਿੰਗ ਦੇ ਰਿਐਕਸ਼ਨ ਦੇ ਰੂਪ ਦੇ ਵਿੱਚ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਗੱਲ ਗੁਰਪ੍ਰਤਾਪ ਵਡਾਲਾ ਕਹਿ ਰਹੇ ਨੇ। ਉਹਨਾਂ ਕਿਹਾ ਕਿ ਅਸੀਂ ਪਾਰਟੀ ਦੇ ਭਲੇ ਵਾਸਤੇ ਹੀ ਸੋਚ ਰਹੇ ਹਾਂ, ਅਸੀਂ ਪਾਰਟੀ ਦੇ ਭਲੇ ਵਾਸਤੇ ਸੋਚ ਰਹੇ ਹਾਂ, ਔਰ ਸਾਨੂੰ ਇਹ ਪੈਨਿਕ ਰਿਐਕਸ਼ਨ ਦੇ ਤੌਰ ਤੇ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਬਣਨੀ ਹੈ, ਪਾਰਲੀਮੈਂਟਰੀ ਬੋਰਡ ਬਣਨਾ ਆ ਜਾਂ ਪੋਲੀਟੀਕਲ ਅਫੇਅਰ ਕਮੇਟੀ ਆ ਜਾਂ ਕੋਈ ਐਡਵਾਈਜ਼ਰੀ ਕਮੇਟੀ ਆ, ਹੋਰ ਬੜਾ ਕੁਝ ਬਣਨਾ। ਇਹ ਜ਼ਿਲ੍ਹੇ ਸਾਰੇ ਆਪਣੇ ਬਣਨ ਵਾਲੇ ਨੇ, ਸਾਰਾ ਕੁਝ ਬਣ ਗਿਆ। ਸੋ ਪਹਿਲੇ ਨੰਬਰ ਤੇ ਅਨੁਸ਼ਾਸਨੀ ਕਮੇਟੀ ਬਣਾਉਣ ਦਾ ਕੋਈ ਜਿਹੜਾ ਕੱਲ ਦਾ ਆਪਣਾ ਸਮਾਂ ਸੀ, ਉਹ ਜਿਹੜੀ ਮੀਟਿੰਗ ਨਾ ਹੁਣ ਅਸੀਂ ਦੇਖੋ ਆਪਾਂ ਇਕੱਠੇ ਹੋ ਸਕਦੇ ਆ, ਅਸੀਂ ਵੱਡਿਆਂ ਲੋਕਾਂ ਨਾਲ ਚਾਹ ਪੀਣੇ, ਲੀਡਰਾਂ ਨਾਲ ਚਾਹ ਪੀਣੇ ਆ, ਅਕ੍ਰੋਸ ਆਪਣੇ ਪਾਰਟੀ ਦੇ ਵਿੱਚੋਂ ਮਿਲਦੇ ਵਰਤਦੇ ਆ। ਹਜੇ 4 ਦਿਨ ਪਹਿਲਾਂ ਵੀ ਆਪਣੇ ਲੀਡਰ ਇਕੱਠੇ ਹੋਏ ਸੀਗੇ, 2 ਦਿਨ ਪਹਿਲਾਂ ਹੋਏ, 10 ਦਿਨ ਪਹਿਲਾਂ ਹੋਏ, ਤਾਂ ਇਹ ਤਾਂ ਦੇਖੋ ਆਪਾਂ ਇੱਕ ਦੂਜੇ ਨੂੰ ਮਿਲ ਸਕਦੇ, ਇੱਕ ਦੂਜੇ ਨਾਲ ਬੈਠ ਸਕਦੇ ਆ। ਇਹਦੇ 'ਚ ਕੋਈ ਕਿਸੇ ਦੇ ਇਤਰਾਜ਼ ਨਹੀਂ ਚਾਹੀਦਾ, ਕੋਈ ਏਦਾਂ ਦਾ ਕਿੰਤੂ ਪਰੰਤੂ ਨਹੀਂ ਚਾਹੀਦਾ, ਤੇ ਉਹਦੇ ਵਿੱਚ ਕੋਈ ਪੈਨਿਕ ਰਿਐਕਸ਼ਨ ਨਹੀਂ ਚਾਹੀਦਾ। ਜੇ ਮੈਂ ਕਹੂੰਗਾ ਵੀ ਇਹ ਤਾਂ ਇੱਕ ਪੈਨਿਕ ਰਿਐਕਸ਼ਨ ਦੀ ਤਰੀਕੇ ਨਾਲ ਲੋਕਾਂ ਨੇ ਇਸ ਕਮੇਟੀ ਦਾ ਗਠਨ ਜਿਹੜਾ ਸਮਝਿਆ, ਜੋ ਲੋੜ ਨਹੀਂ ਸੀ ਕਰਕੇ ਸਾਰੇ ਪਾਰਟੀ 'ਚ ਇਕੱਠੇ ਆ, ਪਾਰਟੀ ਦੇ ਭਲੇ ਵਾਸਤੇ ਸਾਰੇ ਸੋਚਦੇ ਆ। ਤੇ ਅਗਲੀ ਵੱਡੀ ਖਬਰ, ਬ੍ਰੇਕਿੰਗ ਨੰਬਰ 1, ਜਥੇਦਾਰ ਅਕਾਲ ਤਖਤ ਸਾਹਿਬ ਨੇ ਅਕਾਲੀ ਦਲ ਨੂੰ ਸਿੱਖੀ ਦੇ ਪ੍ਰਚਾਰ ਦੀ ਨਸੀਹਤ ਦਿੱਤੀ ਹੈ। ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਹੈ ਕਿ ਸੱਤਾ ਪ੍ਰਾਪਤੀ ਦੀ ਥਾਂ ਅਕਾਲੀ ਦਲ ਪ੍ਰਚਾਰ ਕਰੇ, ਜੇ ਵਜੂਦ ਬਚਾਉਣਾ ਹੈ ਤਾਂ ਸਿੱਖੀ ਦੇ ਪ੍ਰਚਾਰ ਤੇ ਧਿਆਨ ਦੇਵੇ। ਇਹ ਗੱਲ ਕਹੀ ਗਈ ਹੈ, ਇੱਕ ਵੱਡਾ ਬਿਆਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕਿ ਜੇ ਵਜੂਦ ਬਚਾਉਣਾ ਹੈ ਤਾਂ ਸਿੱਖੀ ਦੇ ਪ੍ਰਚਾਰ ਤੇ ਧਿਆਨ ਦਿਓ। ਕੇਂਦਰ ਨੇ CM ਤੇ ਸੂਬਾ ਸਰਕਾਰਾਂ ਦੀ ਹੈਸੀਅਤ ਘਟਾਈ ਹੈ। ਇਹ ਗੱਲ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਕਹੀ ਗਈ ਹੈ। ਉਹ ਕਹਿ ਰਹੇ ਨੇ ਕਿ ਕੇਂਦਰ ਨੇ ਮੁੱਖ ਮੰਤਰੀ ਅਤੇ ਸੂਬਾ ਸਰਕਾਰਾਂ ਦੀ ਹੈਸੀਅਤ ਘਟਾਈ ਹੈ। ਸੋ ਅਕਾਲੀ ਦਲ ਦੇ ਆਗੂਆਂ ਨੂੰ ਉਹਨਾਂ ਵੱਲੋਂ ਨਸੀਹਤ ਦਿੱਤੀ ਗਈ ਹੈ ਕਿ ਸਿੱਖੀ ਦੇ ਪ੍ਰਚਾਰ ਲਈ ਪਿੰਡਾਂ 'ਚ ਜਾਓ। ਦੱਸ ਦਈਏ ਕਿ ਜਿਸ ਵੇਲੇ ਜਥੇਦਾਰ ਅਕਾਲ ਤਖਤ ਸਾਹਿਬ ਭਾਸ਼ਣ ਦੇ ਰਹੇ ਸੀ, ਉਸ ਵੇਲੇ ਮੰਚ ਤੇ ਸੁਖਬੀਰ ਸਿੰਘ ਬਾਦਲ ਵੀ ਬੈਠੇ ਹੋਏ ਸੀ ਤੇ ਜਥੇਦਾਰ ਨੇ
ਉਹਨਾਂ ਵੱਲ ਸੰਕੇਤ ਕਰਦਿਆਂ ਇਹ ਗੱਲ ਕਹੀ। ਸੁਖਬੀਰ ਬਾਦਲ ਵੱਲ ਸੰਕੇਤ ਕਰਦਿਆਂ ਉਹਨਾਂ ਨੇ ਇਹ ਗੱਲ ਕਹੀ। ਇੱਕ ਮੰਚ ਤੋਂ ਭਾਸ਼ਣ ਦਿੱਤਾ ਜਾ ਰਿਹਾ ਸੀ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ, ਔਰ ਅਕਾਲੀ ਦਲ ਨੂੰ ਉਹਨਾਂ ਨੇ ਸਿੱਧੀ ਨਸੀਹਤ ਦਿੱਤੀ ਕਿ ਸੱਤਾ ਪ੍ਰਾਪਤੀ ਦੀ ਜਗ੍ਹਾ, ਸੱਤਾ ਪ੍ਰਾਪਤੀ ਦੀ ਥਾਂ ਤੇ ਧਰਮ ਦੇ ਪ੍ਰਚਾਰ ਵੱਲ, ਸਿੱਖੀ ਦੇ ਪ੍ਰਚਾਰ ਵੱਲ ਅਕਾਲੀ ਦਲ ਧਿਆਨ ਦੇਵੇ। ਜੇ ਵਜੂਦ ਬਚਾਉਣਾ ਹੈ ਤਾਂ ਸਿੱਖੀ ਦੇ ਪ੍ਰਚਾਰ ਤੇ ਧਿਆਨ ਦੇਵੋ। ਇਹ ਗੱਲ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਕਹੀ ਗਈ ਹੈ, ਤੁਹਾਨੂੰ ਸੁਣਾਉਂਦੇ ਹਾਂ। ਔਰ ਇੱਥੇ ਮੰਚ ਦੇ ਉੱਤੇ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ। ਮੈਂ ਇਹਨਾਂ ਨੂੰ ਵੀ ਇਹ ਕਹਿਣਾ ਚਾਹਾਂਗਾ ਕਿ ਅੱਜ ਜਿਹੜੀ ਜ਼ਰੂਰਤ ਹੈ ਸ਼੍ਰੋਮਣੀ ਅਕਾਲੀ ਦਲ ਨੂੰ, ਉਹ ਇਹ ਹੈ ਕਿ ਜੇ ਉਹਨੇ ਆਪਣਾ ਵਜੂਦ ਬਚਾਉਣਾ ਹੈ, ਜੇ ਆਪਣੀ ਹੋਂਦ ਬਚਾਉਣੀ ਹੈ, ਤੇ ਉਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਵੱਲ ਧਿਆਨ ਜਿਹੜਾ ਹੈ ਆਪਣਾ ਕੇਂਦਰਿਤ ਕਰੇ। ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਜਿਹੜਾ ਹੈ ਆਪਣਾ ਮਕਸਦ ਤਿਆਗ ਕੇ ਪੰਥ ਦੇ ਭਲੇ ਲਈ, ਸਿੱਖੀ ਦੇ ਪ੍ਰਚਾਰ ਦੇ ਲਈ ਅਕਾਲੀ ਜਿਹੜੇ ਹੈ ਉਹ ਪਿੰਡਾਂ ਦੇ ਵਿੱਚ ਜੂਝਣੇ ਸ਼ੁਰੂ ਕਰਨ। ਕੀ ਕਰਾਂਗੇ ਸਰਕਾਰ ਬਣਾ ਕੇ? ਜੇ ਪੰਜਾਬ 'ਚ ਸਰਕਾਰ ਬਣ ਗਈ, ਮੁੱਖ ਮੰਤਰੀ ਬਣ ਗਏ, ਮੁੱਖ ਮੰਤਰੀ ਦੀ ਹੈਸੀਅਤ ਕੀ ਹੈ ਪੂਰੇ ਭਾਰਤ ਦੇ ਅੰਦਰ ਇਹ ਸਾਰੇ ਸੂਬਿਆਂ ਦੇ ਲੋਕ ਜਿਹੜੇ ਆ ਉਹ ਜਾਣ ਚੁੱਕੇ ਆ। ਕੇਂਦਰ ਸਰਕਾਰ ਨੇ ਅਧਿਕਾਰ ਖੋ ਕੇ ਇੱਕ ਸਟੇਟਾਂ ਨੂੰ ਜਿਹੜਾ ਹੈ ਉਹ ਮਿਊਨਿਸਪੈਲਿਟੀ ਕਮੇਟੀ ਨਾਲੋਂ ਵੀ ਜਿਹੜਾ ਉਹ ਭੈੜੇ ਕਰ ਦਿੱਤਾ ਹੈ। ਇਸ ਕਰਕੇ ਸਰਕਾਰ ਬਣਾਉਣਾ ਜਿਹੜਾ ਹੈ ਉਹ ਸਾਡਾ ਮਕਸਦ ਨਹੀਂ ਹੋਣਾ ਚਾਹੀਦਾ। ਮੈਂ ਨਹੀਂ ਕਹਿੰਦਾ ਕਿ ਵਿਧਾਨ ਸਭਾ ਦੇ ਇਲੈਕਸ਼ਨ ਨਾ ਲੜੋ, ਲੋਕ ਸਭਾ ਦੇ ਇਲੈਕਸ਼ਨ ਨਾ ਲੜੋ। ਮਕਸਦ ਜਿਹੜਾ ਹੈ ਉਹ ਸਰਕਾਰ ਬਣਾਉਣਾ ਨਹੀਂ ਹੋਣਾ ਚਾਹੀਦਾ। ਮਕਸਦ ਜਿਹੜਾ ਹੈ ਉਹ ਗੁਰਧਾਮਾਂ ਦੀ ਸੇਵਾ, ਮਕਸਦ ਜਿਹੜਾ ਹੈ ਉਹ ਪੰਥ ਦਾ ਪ੍ਰਚਾਰ, ਮਕਸਦ ਜਿਹੜਾ ਹੈ ਉਹ ਕੌਮ ਨੂੰ ਵੱਧ ਤੋਂ ਵੱਧ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਨਾਲ ਜੋੜਨਾ। ਅੱਜ ਅਕਾਲੀ ਜਿਹੜਾ ਹੈ ਉਹ ਗੁਰੂ ਦਾ ਝੰਡਾ ਚੁੱਕ ਲਏ ਤੇ ਗੁਰੂ ਜਿਹੜਾ ਹੈ ਅਕਾਲੀਆਂ ਨੂੰ ਅਸਮਾਨ ਦੇ ਉੱਤੇ ਪਹੁੰਚਾ ਦਊਗਾ, ਇਹ ਗਰੰਟੀ ਹੈ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ ਵੇਲਾ ਹੈ, ਜਲਦ ਵਾਪਸ ਆਉਂਦੇ ਹਾਂ।